ਜਿਹੜੀਆਂ ਸੁਰੱਖਿਆ ਸੇਵਾਵਾਂ ਨੇ ਉਹ ਪ੍ਰਦਾਨ ਕੀਤੀਆਂ ਜਾਂਦੀਆਂ ਨੇ, ਚਾਹੇ ਫੈਡਰਲ ਸਰਕਾਰ ਵੱਲੋਂ ਫੰਡਿੰਗ ਆਉਂਦੀ ਆ ਕੁਛ ਹਿੱਸਾ, ਤੇ ਬਾਕੀ ਸ਼ਹਿਰ ਦੇ ਨਿਵਾਸੀ ਨੇ ਜਿਹੜੇ 90% ਤੱਕ ਹਿੱਸਾ ਪਾਉਂਦੇ ਆ। ਔਰ ਉਹਦੇ ਵਿੱਚ ਸਰਵਿਸਿਸ ਉਸ ਤਰ੍ਹਾਂ ਦੀਆਂ ਨਾ ਮਿਲਣ, ਠੀਕ ਹੈ, ਉਸੇ ਤਰੀਕੇ ਨਾਲ ਕਿ ਕਈ ਅਸ਼ਾਨਾ ਫਿਰ ਹੁਣ ਇੰਜ ਦਾ ਲੱਗਦਾ ਕਈ ਵਾਰੀ ਮਾਈਂਡ ਨਾ ਕਰਿਓ ਜੀ। RCMP ਦੀ ਕਾਰਗੁਜ਼ਾਰੀ ਪਿਛਲੇ ਦਹਾਕੇ ਤੋਂ ਇਸ ਤਰ੍ਹਾਂ ਲੱਗਦਾ ਹੈ ਵੀ RCMP ਨਾ ਰਹੂਗੀ, ਬਲਕਿ ਦਰਸ਼ਨੀ ਘੋੜਾ ਹੋ ਗਿਆ, ਜਿਹੜਾ ਦੇਖਣ ਨੂੰ ਚਾਖਣ ਨੂੰ ਸੋਹਣਾ ਸੁਨੱਖਾ ਲੱਗਦਾ ਹੈ। ਕਦੇ ਲਾਲ ਕੱਪੜੇ ਪਾਏ ਹੁੰਦੇ ਨੇ ਤੇ ਕਦੇ ਪਾਏ ਹੁੰਦੇ ਨੇ ਨੀਲੇ, ਪਰ ਕੰਮਕਾਰ ਜਿਹੜਾ ਹੈ ਜੀ ਉਹ ਤੁਹਾਡਾ ਰੱਬ ਵਾਲੀ। ਸਰੀ ਨਿਵਾਸੀਆਂ ਨੂੰ ਇਹ ਮਹਿਸੂਸ ਹੋਇਆ ਕਿ RCMP ਦੀ ਕਾਰਗੁਜ਼ਾਰੀ ਸਿਰਫ ਦਰਸ਼ਨੀ ਘੋੜੇ ਵਰਗੀ ਰਹਿ ਗਈ ਹੈ। ਇਸੇ ਕਰਕੇ ਤਾਂ ਉਹਨਾਂ ਨੇ ਇਹ ਕਦਮ ਚੱਕਿਆ। ਇਸੇ ਕਰਕੇ ਤਾਂ ਮਰਦਾ ਬੰਦਾ ਕੀ ਨਹੀਂ ਕਰਦਾ, ਮਰਦੀ ਉਹ ਅੱਖ ਝੱਬਦੀ ਆ, ਵੈਸੇ ਨਹੀਂ। ਔਰ ਸਰੀ ਨਿਵਾਸੀਆਂ ਨੇ ਫੈਸਲਾ ਜਿਹੜਾ ਆਪਣੀ ਸਥਾਨਕ ਪੁਲਿਸ ਦਾ 2018 ਦੇ ਵਿੱਚ ਐਸੇ ਕਰਕੇ ਲਿਆ ਸੀ। ਇਹ ਗੱਲ ਵੱਖਰੀ ਹੈ ਕਿ ਉਸ ਫੈਸਲੇ ਦੇ ਉੱਤੇ ਰਾਜਨੀਤੀ ਖੇਲਣ ਦੇ ਲਈ ਜਿਹੜੀਆਂ ਕੁਝੀਆਂ ਚਾਲਾਂ ਨੇ ਉਹ ਉਸੇ ਵਕਤ ਨਿਰੰਤਰ ਜਾਰੀ ਨੇ, ਅਜੇ ਤੱਕ ਵੀ ਚੱਲ ਰਹੀਆਂ ਨੇ। ਪਰ ਹੱਥ ਕੰਗਣ ਨੂੰ ਆਰਸੀ ਕੀ, ਦੁਨੀਆ ਭਰ ਦੇ ਵਿੱਚ ਵੀਡੀਓ ਦੇਖੀ ਜਾ ਰਹੀ ਹੈ ਜਿੱਥੇ ਕਿ ਸ਼ਰੇਆਮ ਪੁਲਿਸ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ, ਪੁਲਿਸ ਕੁਝ ਨਹੀਂ ਕਰ ਰਹੀ। ਮੰਨਦੇ ਆ ਵਿਖਾਵਾਕਾਰੀ ਨੇ, ਬੋਲ ਰਹੇ ਹੈ, ਰੌਲਾ ਪਾ ਰਹੇ ਹੈ, ਆਪਣੀਆਂ ਆਵਾਜ਼ਾਂ ਉਠਾ ਰਹੇ ਹੈ। ਵੈਰੀ ਗੁੱਡ, ਸਾਡੇ ਇਸ ਮੁਲਕ ਦੇ ਸੰਵਿਧਾਨ ਦੇ ਵਿੱਚ ਹਰ ਨਾਗਰਿਕ ਦਾ ਇਹ ਹੱਕ ਹੈ, ਪਰ ਪੀਸਫੁਲ ਪ੍ਰੋਟੈਸਟ ਦਾ ਹੱਕ ਹੈ, ਨਾ ਕਿ ਕਿਸੇ ਵੀ ਤਰ੍ਹਾਂ ਦੀ ਧੱਕਾ ਮੁੱਕੀ, ਮਾਰ ਕਟਾਈ। ਇਹ ਇਸ ਹੱਕ ਦੇ ਵਿੱਚ ਸ਼ਾਮਲ ਨਹੀਂ ਹੈਗੇ। ਕਈ ਲੋਕਾਂ ਦੇ ਜ਼ਿਹਨ ਦੇ ਵਿੱਚ ਹੁੰਦਾ ਵੀ ਹਿੰਸਾ ਹੁੰਦੀ ਹੈ ਜਦੋਂ ਕਿਸੇ ਨੂੰ ਮਾਰਤਾ, ਉਹੀ ਹਿੰਸਾ ਹੈ। ਕਿਸੇ ਵੀ ਵਿਅਕਤੀ ਨੂੰ ਤੁਸੀਂ ਕਿਸੇ ਵੀ ਮਨਸ਼ਾ ਹੈ ਤਾਂ ਧੱਕਾ ਵੀ ਦਿੰਦੇ ਹੋ, ਉਹ ਵੀ ਹਿੰਸਾ ਹੈ। RCMP ਕੀ ਸੋਚ ਰਹੀ ਸੀ? RCMP ਮੈਨੂੰ ਉਦੋਂ ਦੇ ਹੀ ਮਤਲਬ ਇੱਕ ਸਵਾਲ ਇੱਕ ਵਾਰ ਨਹੀਂ 1000 ਵਾਰ ਮੈਨੂੰ ਪੁੱਛਿਆ ਗਿਆ, ਕਹਿੰਦੇ RCMP ਕਾਹਦੀ ਉਡੀਕ ਕਰਦੀ ਸੀ? ਅੱਛਾ, ਕਹਿੰਦੇ ਆਟਵਾ ਦੇ ਵਿੱਚ ਹਜੇ ਟਾਈਮ ਨਹੀਂ ਹੋਇਆ ਹੋਣਾ ਦਫ਼ਤਰ ਦੇ ਸ਼ੁਰੂ ਹੋਣ ਦਾ, ਤੇ ਜਾਂ ਫਿਰ ਕਹਿੰਦੇ ਐ ਹੋਣਾ ਵੀ ਆਟਵਾ ਦੇ ਵਿੱਚ ਕੀ ਕਹਿੰਦੇ ਨੇ ਦਫ਼ਤਰ ਬੰਦ ਹੋ ਗਏ, 3 ਘੰਟੇ ਮੂਹਰੇ ਚੱਲਦੇ ਆ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਵਾਲ ਉਠਾਇਆ ਜਾ ਰਿਹਾ। ਮੇਰੇ ਕਮਾਲ ਆ, ਤੁਹਾਡੇ ਤਾਂ ਪੁਲਿਸ ਕੁਛ ਕਹਿੰਦੀ ਹੋ ਨਹੀਂ ਗੀ, ਆਰਾਮ ਨਾਲ ਇੰਨੇ ਚਿਰ ਨੂੰ। ਹੁਣ ਕਹਿੰਦੇ ਉੱਥੇ ਸਾਡੀ ਇੰਡੀਆ ਵਾਲੀ ਪੁਲਿਸ ਹੁੰਦੀ ਤੇ ਲੰਮੇ ਦੰਦੀ ਭਾ ਸਾਰਿਆਂ ਨੂੰ, ਉਹਦੇ ਉੱਤੇ ਵੀ ਇਤਰਾਜ਼ ਹੈ। ਪਰ ਜਿਹੜੇ ਵਿਅਕਤੀ ਸ਼ਰੇਆਮ ਧੱਕਾ ਮੁੱਕੀ ਮਾਰ ਕਟਾਈ ਕਰ ਰਹੇ ਹੈ, ਪੁਲਿਸ ਦਾ ਯਕਦਮ ਫਰਜ਼ ਬਣਦਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ। ਮੈਂ ਜਾਣਨਾ ਚਾਹੁੰਦੀ ਆਸ਼ਾ ਨਾ ਕਿਸੇ ਵੀ RCMP ਦੇ ਆਫਿਸਰ ਤੋਂ, ਵੱਡੇ ਰੁਤਬੇ ਤੋਂ, ਕਿ ਜਦੋਂ ਤੁਹਾਡੇ ਸਾਹਮਣੇ ਕੋਈ ਕਿਸੇ ਦੇ ਥੱਪੜ ਮਾਰਦਾ ਜਨਤਕ ਥਾਂ ਦੇ ਉੱਤੇ, ਤੁਸੀਂ ਯਕਦਮ ਉਹਨੂੰ ਅਰੈਸਟ ਕਰ ਸਕਦੇ ਹੋ। ਔਰ ਜਦੋਂ ਇਸ ਤਰੀਕੇ ਨਾਲ ਸ਼ਰੇਆਮ ਮਾਰ ਕਟਾਈ ਹੋ ਰਹੀ ਹੈ, ਜਿਨ੍ਹਾਂ ਨੂੰ ਤੁਸੀਂ ਹੁਣ 1.5 ਮਹੀਨੇ ਤਕਰੀਬਨ ਬਾਅਦ ਹਿਰਾਸਤ 'ਚ ਲੈਣ ਦੇ ਲਈ ਤਸਵੀਰਾਂ ਜਨਤਕ ਕਰ ਰਹੇ ਹੋ, ਉਹਨਾਂ ਨੂੰ ਉਸੇ ਵਕਤ ਕਿਉਂ ਨਹੀਂ ਪਕੜਿਆ ਗਿਆ? ਯਾਦ ਰਹੇ RCMP ਨੂੰ ਇੱਕ ਵੈਸੇ ਪਹਾੜਾ ਪੜਾ ਦੇਣਾ ਚਾਹੀਦਾ ਸ਼ਾਨਾ ਦੂਣੀ ਦਾ ਕਿ ਸਰੀ ਹੈ। ਵੈਸੇ ਤਾਂ ਕੋਈ ਵੀ ਕਿਤੇ ਵੀ ਹਿੰਸਾ ਕਰਨ ਵਾਲਾ ਕਦੇ ਬਹੁਤੀ ਦੇਰ ਉੱਥੇ ਟਿਕਦਾ ਨਹੀਂ ਹੈ, ਯਕਦਮ ਉੱਥੋਂ ਭੱਜਦਾ ਤਾਂ ਕਿ ਪਕੜਿਆ ਨਾ ਜਾਵੇ। ਬਟ ਮੇਕਸ them think ਕਿ they can find them out, ਕਿ ਇਹਨਾਂ ਨੂੰ ਲੱਭ ਸਕਦੇ ਆ। ਹੁਣ ਮੇਰਾ ਤਾਂ ਸਵਾਲ ਇਹ ਵੀ ਹੈ ਕਿ ਜਿਹੜਾ ਕੰਮ ਉਦੋਂ ਹੀ ਹੋ ਸਕਦਾ ਸੀ, ਹੁਣ ਉਹਦੇ ਉੱਤੇ ਟੈਕਸ ਪੇਅਰ ਦਾ ਪੈਸਾ, ਪੁਲਿਸ ਅਫਸਰ ਦਾ ਟਾਈਮ, ਰਿਸੋਰਸਿਸ ਦੀ ਵੇਸਟੇਜ ਆ ਜਿਹੜੀ ਉਹ ਸ਼ਰੇਆਮ ਰੱਜ ਕੇ ਕੀਤੀ ਜਾ ਰਹੀ ਹੈ। ਜਿਹੜਾ ਉਸੇ ਟਾਈਮ ਕੰਮ ਹੋ ਸਕਦਾ ਸੀ ਕਿ ਹਾਂ ਤੁਸੀਂ ਜਨਤਕ ਥਾਂ ਦੇ ਉੱਤੇ ਹੋ ਰਹੇ ਪ੍ਰੋਟੈਸਟ ਦੇ ਵਿੱਚ ਵਿਘਨ ਪਾ ਰਹੇ ਹੋ,
ਜਾਂ ਪ੍ਰੋਟੈਸਟ ਦੇ ਨਾਂ ਹੇਠਾਂ ਤੁਸੀਂ ਇਸ ਤਰ੍ਹਾਂ ਦੀ ਹਿੰਸਕ ਕਾਰਵਾਈ ਕਰ ਰਹੇ ਹੋ, ਯੂ ਆਰ ਅੰਡਰ ਅਰੈਸਟ ਪੀਰੀਅਡ। ਤੁਸੀਂ ਉਹਨਾਂ ਨੂੰ ਫੜ ਕੇ ਗੱਡੀ ਦੇ ਵਿੱਚ ਬਿਠਾਉਂਦੇ ਹੋ, ਤਦ ਵੀ ਤੁਸੀਂ ਹਿੰਸਕ ਵਾਰਦਾਤ ਜਿਹੜੀ ਉਸ ਨੂੰ ਰੋਕ ਸਕਦੇ ਹੋ। ਔਰ ਜਿਹੜੇ ਬਜ਼ੁਰਗਾਂ ਨੇ ਮੈਨੂੰ ਇਹ ਗੱਲ ਕਹੀ, ਕਹਿੰਦੇ ਭਾਈ ਮੈਂ ਵੀ ਵੀਡੀਓ ਦੇਖੀ ਹੈ, ਮੇਰੇ ਪਾਸ ਵੀ ਪਹੁੰਚੀ ਹੈ, ਕਹਿੰਦੇ ਇਹਨਾਂ ਨੂੰ ਉੱਥੇ ਪੁਲਿਸ ਨੇ ਨਹੀਂ ਰੋਕਿਆ, RCMP ਨੇ, ਤਦੇ ਤਾਂ ਇਹਨਾਂ ਦੀ ਕਹਿੰਦੇ ਗਾਹਾਂ ਜਾ ਕੇ ਬਾਹਰ ਗਾਂਹ ਵੱਧ ਕੇ ਉਸੇ ਖੇਤਰ ਦੇ ਵਿੱਚ ਕਹਿੰਦੇ ਮਾਰਕਟਾਈ ਕਰਨ ਦੀ ਹਿੰਮਤ ਪਾਈ। ਆਸ਼ਾਨਾ ਉਹਨਾਂ ਨੇ ਇੱਕ ਨੁਕਤਾ ਹੋਰ ਉਠਾਇਆ, ਉਹ ਕਹਿੰਦੇ ਵੀ ਇਸ ਗੱਲ ਦੀ ਵੀ ਕੁਝ ਨਹੀਂ ਪਤਾ ਕਿ ਉਹ ਵਾਕਈ ਕੀ ਪ੍ਰੋਟੈਸਟ ਦਾ ਪਾਰਟ ਸੀ ਜਾਂ ਕੀ ਸਨ। ਤਾਂ ਪ੍ਰੋਟੈਸਟ ਆਯੋਜਿਤ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਤੁਸੀਂ ਜਨਤਕ ਥਾਂ ਦੇ ਉੱਤੇ, ਖੁੱਲ੍ਹੇ ਥਾਂ ਦੇ ਵਿੱਚ ਕਿਸੇ ਵੀ ਤਰੀਕੇ ਦਾ ਪ੍ਰੋਟੈਸਟ ਆ ਜਿਹੜਾ ਅਰੇਂਜ ਕਰਦੇ ਹੋ, ਉਹਦੇ 'ਚ ਕੌਣ ਐਂਟਰ ਹੁੰਦਾ, ਕੌਣ ਉਹ 'ਚ ਸ਼ਮੂਲੀਅਤ ਕਰਦਾ ਜਾਂ ਨਹੀਂ ਕਰਦਾ, ਤੁਹਾਡੀ ਜ਼ਿੰਮੇਵਾਰੀ ਹੈ। ਜੇ ਤੁਸੀਂ ਇਸ 'ਤੇ ਕੰਟਰੋਲ ਨਹੀਂ ਕਰ ਸਕਦੇ ਤਾਂ ਫਿਰ ਬਦਨਾਮੀ ਦਾ ਟਿੱਕਾ ਤਾਂ ਜੀ ਤੁਹਾਡੇ ਸਿਰ ਲੱਗਣਾ ਹੀ ਹੈ। ਸ਼ੱਕ ਦਾ ਘੇਰਾ ਤਾਂ ਖੜਾ ਨਾ ਹੋ ਸਕਦਾ ਉਹ ਬੰਦੇ ਤੁਹਾਡਾ ਇੱਕ ਹਿੱਸਾ ਹੋਣ। ਨੰਬਰ 1, ਜੇ ਤੁਸੀਂ ਕਹਿੰਦੇ ਹੋ ਤੁਹਾਡਾ ਹਿੱਸਾ ਨਹੀਂ ਸਨ, ਅਸੀਂ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸਾਂ, ਅਸੀਂ ਕਿਸੇ ਖਾਸ ਨੁਕਤੇ ਦੇ ਉੱਤੇ ਪ੍ਰੋਟੈਸਟ ਕਰ ਰਹੇ ਸਾਂ, ਤਦ ਉਹ ਲੋਕ ਤੁਹਾਡੇ ਪ੍ਰੋਟੈਸਟ ਦੇ ਵਿੱਚ ਐਂਟਰ ਕਿਵੇਂ ਹੋ ਗਏ? ਡੋਂਟ ਟੈਲ ਮੀ। ਜਨਤਕ ਥਾਂ ਸੀ ਜੀ, ਕੋਈ ਵੀ ਆ ਸਕਦਾ। ਜੇ ਤੁਸੀਂ ਕੋਈ ਵੀ ਪ੍ਰੋਟੈਸਟ ਕਰਦੇ ਹੋ ਤਾਂ ਤੁਹਾਡਾ ਇਹ ਫਰਜ਼ ਹੈ, ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਤੁਹਾਡਾ ਜਿਹੜਾ ਨੁਕਤਾ ਹੈ ਉਸ ਨੂੰ ਕੋਈ ਗੁੰਮਰਾਹ ਨਾ ਕਰ ਸਕੇ, ਉਸ ਨੂੰ ਕੋਈ ਖਰਾਬ ਨਾ ਕਰ ਸਕੇ। ਇਹ ਫਿਰ ਐਕਸਪਲੇਨੇਸ਼ਨ ਜਿਹੜੀਆਂ ਪਿਛਲੀਆਂ ਨੇ ਆਸ਼ਾ ਨਾ ਮੈਨੂੰ ਤਾਂ ਬਹਾਨੇ ਲੱਗਦੀਆਂ ਨੇ, ਇਹਨਾਂ ਦੇ ਵਿੱਚ ਕੋਈ ਪਰਪੱਕਤਾ ਨਹੀਂ ਲੱਗਦੀ। ਠੀਕ ਉਸੇ ਤਰੀਕੇ ਨਾਲ ਜਿਸ ਤਰ੍ਹਾਂ RCMP ਦਾ ਕਹਿਣਾ ਜੀ ਅਸੀਂ ਤਾਂ ਜਿਹੜਾ ਪੀੜਤ ਸੀ ਉਸ ਨੂੰ ਬਚਾਓ ਦੇ ਵਿੱਚ ਲੈ ਕੇ ਜਾਣਾ, ਉਸ ਨੂੰ ਅਸੀਂ ਪ੍ਰਾਇੋਰਟੀ ਦਿੰਦੇ ਸੀਗੇ, ਤੇ ਜਿਹੜਾ ਪੀੜਤ ਨੂੰ ਪੀੜਾ ਪਹੁੰਚਾਉਣ ਵਾਲਾ ਸੋਰਸ ਆ, ਜੇ ਤੁਸੀਂ ਉਹਨੂੰ ਖਤਮ ਕਿਉਂ ਨਹੀਂ ਕਰਦੇ? ਪਹਿਲਾਂ ਉਸ ਨੂੰ ਰੋਕੋ। ਜਿਹਨੇ ਥੱਪੜ ਖਾ ਲਿਆ ਜੀ ਉਹਨੂੰ ਬਚਾ ਲਓ ਤਾਂ ਕਿ ਇਹਦੇ ਦੂਜਾ ਥੱਪੜ ਨਾ ਪੈ ਜੇ। ਜਿਹੜਾ ਥੱਪੜ ਮਾਰ ਰਿਹਾ ਉਹਦਾ ਹੱਥ ਕਿਉਂ ਨਹੀਂ ਫੜਿਆ? ਉਹਦਾ ਹੱਥ ਕਿਉਂ ਨਹੀਂ ਫੜਿਆ? ਮੈਂ ਮੰਨਦੀ ਹਾਂ RCMP ਦੇ ਅਧਿਕਾਰਤ ਖੇਤਰ ਦੇ ਵਿੱਚ ਇਹ ਨਹੀਂ ਆਉਂਦਾ ਕਿ ਹਾਂਜੀ ਉਹ ਕਿ ਥੱਪੜ ਮਾਰਨ ਵਾਲੇ ਦੇ ਥੱਪੜ ਮਾਰ ਲੈਣ, ਪਰ ਉਹ ਥੱਪੜ ਮਾਰਨ ਨੂੰ ਰੋਕ ਸਕਦੇ ਆ, ਰੋਕ ਸਕਦੇ ਆ, ਔਰ ਰੋਕਣਾ ਉਹਨਾਂ ਦਾ ਫਰਜ਼ ਬਣਦਾ ਹੈ। ਦੈਟਸ ਵਾਟ ਦੇ ਆਰ ਦੇਅਰ ਫਾਰ। ਅਗਰ ਯੂਨੀਫਾਰਮ ਦੀ ਪ੍ਰੈਜ਼ੈਂਸ ਤੋਂ ਡਰ ਨਹੀਂ ਹੈ, ਅਗਰ ਯੂਨੀਫਾਰਮ ਦੀ ਪ੍ਰੈਜ਼ੈਂਸ ਤੋਂ ਲੋਕੀ ਕਿਸੇ ਵੀ ਤਰ੍ਹਾਂ ਦੀ ਹਿੰਸਕ ਵਾਰਦਾਤ ਕਰਨ ਤੋਂ ਝਿਜਕ ਮਹਿਸੂਸ ਨਹੀਂ ਕਰਦੇ, ਇਹਦਾ ਮਤਲਬ ਉਹ ਯੂਨੀਫਾਰਮ ਜਿਹੜੀ ਹੈ ਉਹਦੇ ਵਿੱਚ ਲੋਕਾਂ ਦਾ ਪਹਿਲਾਂ ਵਿਸ਼ਵਾਸ ਉੱਠਿਆ, ਪਹਿਲਾਂ ਵਿਸ਼ਵਾਸ ਉੱਠਦਾ ਫਿਰ ਡਰ ਉੱਠਦਾ। ਯਾਦ ਰਹੇ, ਕਦੇ ਵੀ ਤੁਸੀਂ ਕਰਕੇ ਦੇਖ ਲਿਓ ਕਿ ਜਿਹੜੇ ਵਿਅਕਤੀ ਤੋਂ ਪਹਿਲਾਂ ਤੁਹਾਡਾ ਵਿਸ਼ਵਾਸ ਉੱਠੇਗਾ ਫਿਰ ਹੀ ਉਸ ਵਿਅਕਤੀ ਤੋਂ ਤੁਹਾਡਾ ਡਰ ਉੱਠਦਾ। ਔਰ RCMP ਦੀ ਸੰਸਥਾ ਜਿਹੜੀ ਹੈ, ਇੰਸਟੀਚਿਊਟ ਹੈ ਜਿਹੜਾ, ਉਹ ਇਸ ਤਰ੍ਹਾਂ ਦੇ ਵਾਤਾਵਰਨ ਦੇ ਵਿੱਚੋਂ पिछले कई दहाकों तो लंघ रहा है। बिल्कुल दीदी, RCMP की जहाँ हम बात करते हैं, ऑब्वियसली बहुत लोगों का मैसेजेस आ रहे, चाहे वो व्हाट्सएप पे मैसेज भेज रहे हैं, मैसेंजर पर मैसेज भेज रहे हैं। पीपल आर कंसर्न्ड, और कंसर्न्ड इसलिए है कि RCMP के सामने एक हादसा हो रही है and there are enough officers there, लेकिन एक बंदे को भी नहीं अरेस्ट किया। After 2 weeks we are getting 3 suspects name out there, 3 suspects video out there, और उस वक्त जब ये तीनों सस्पेक्ट RCMP के सामने थे उस वक्त कुछ नहीं हुआ। और ये बात एथनिक मीडिया को बताया गया जब एक जर्नलिस्ट एथनिक मीडिया के साथ बदतमीजी की गई। उस वक्त जब वो सवाल कर रहे थे RCMP से कि मुझे क्यों आप दूर कर रहे, वाई यू नॉट डूइंग एनीथिंग टू देम, तब ये बात बताया गया कि वी हैव टू प्रोटेक्ट यू, वी कैन नॉट डू एनीथिंग फॉर विद देम बिकॉज ऑफ द रिसोर्सेज। इस बात की बड़ी तकलीफ पहुंचती है कि शरेआम गुंडागर्दी लोग करेंगे, अगर पुलिस के पास रिसोर्सेज नहीं है तो वो पकड़े नहीं जाएंगे। आओ जी, शहर सरी में क्राइम करो, जो मर्जी करो, मारो कूटो, पुलिस ने तो पकड़ना ही नहीं है।
ये एक इमेज बना हुआ है सिटी ऑफ सरी का, और इसीलिए हम लोग इतने सालों से आवाज उठा रहे हैं कि हमारे पुलिस फोर्स, हमारे लॉ एंड ऑर्डर का इशू है सरी में। तो कोई पॉलिटिशियन आकर कुछ और कह जाता है, कोई पॉलिटिशियन कुछ और कह जाता है। साल 2018 में डग मक्कलम ने लोगों के बाजुआं पकड़े के यस वी आर गना गेट आवर ओन पुलिस फोर्स। 2022 में मेयर चुनी, वो कहती कि नहीं मैं तो रिवर्स करना आरसीएमपी। एक फुटबॉल गेम हम लोग खेल रहे हैं, कभी उसने आया तो ये कर दिया, कभी उसने आया तो वो कर दिया, और इस तरह से नथिंग इज हैपनिंग विद आवर पब्लिक सेफ्टी। आज शर्म की बात है कि इंडिया के एक ऑफिशियल हमारे शहर में आए एंड दिस इज व्हाट ही हैड टू गो थ्रू। और ये पहली बार नहीं हुई है। हमारे प्राइम मिनिस्टर जस्टिन ट्रूडो के साथ इस शहर में ऐसे ही हरकत हुए, लेकिन वहां पर कोई इस तरह से गुंडागर्दी नहीं सुनने को मिला था। शरेआम लोगों को मारो कूटो। जिस विक्टिम को पुलिस उस वीडियो में नजर आ रहे, पकड़ के ले जा रहे, उसका कसूर क्या था? He went to attend an event. What was his fault? Last I know कि इस शहर में इंसान के अपना हक है कि जहां जाना चाहो, जहां पर कोई भी इवेंट अटेंड करना चाहो, आपका हक है। You want to go there, you go there. कोई आपको रोक नहीं सकता। और उस प्रोटेस्ट में कई लोगों के वीडियोस में हम ये भी देख रहे हैं कि दे सेइंग स्टॉप, रोक रहा है। एक वाइट स्वेटर पहने हुआ आदमी है जो उनको रोक रहा है। एक बंदे को तो उसने पकड़कर पीछे पुश किया, पर एट द सेम टाइम अगर प्रोटेस्ट वाले भी इन लोगों को फड़ लेते, कहते कि व्हाई आर यू, हमारे प्रोटेस्ट को क्यों खराब कर रहे? बिल्कुल, इतने लोग थे, लेकिन जिम्मेदारी पुलिस की थी। पुलिस वर देयर, दे शुड हैव डन समथिंग अबाउट इट, दे डिड नॉट डू एनीथिंग। इस बात की अफसोस है। और बाहर के मुल्क से जब लोग हमसे सवाल करते हैं, कहते हैं आप लोग तो अपने लॉ एंड ऑर्डर की बड़ी तारीफें करती हैं, आप लोग तो हमेशा इंडिया को बोलते हैं कि जी यहाँ पर लॉ ऑर्डर नहीं है, पुलिस का कोई यहाँ काम कारगुजारी नहीं है। हमारे मुल्क में आकर देखो पुलिस से कितना डरते हैं लोग, कोई गुंडागर्दी नहीं होती है। सब कुछ गलत साबित हुआ इस वीडियो को देखकर। हमारे मुल्क में, इस कनाडा में ये वायलेंस हुआ है, पुलिस मौजूद थे, किसी को गिरफ्तार नहीं किए। इट वॉज नॉट अ ब्रॉल, इट वॉज एन असॉल्ट। कोई सुनवाई नहीं। 2 हफ्ते के बाद पुलिस ने 3 सस्पेक्ट्स का वीडियो रिलीज की। वी डोंट नो कि उन्हें पकड़ा भी जाएगा या नहीं पकड़ा जाएगा, जबकि पुलिस उन्हें राइट एट द क्राइम सीन पकड़ सकती थी। खैर दोस्तों, वापस आते हैं कुछ व्यापारिक संदेशों के बाद। सुनते रहिए www.mwlive.ca। राज मीरा अमर सारे कहंदे चलो हवेली बिस्ट्रो। आज तो हद हो गई। हीरो ने भी कहा शाम नू चलदे आ हवेली बिस्ट्रो। ये हवेली बिस्ट्रो की है जी? हवेली बिस्ट्रो 7488 किंग जॉर्ज बुलेवार्ड ਦੇ ਉੱਪਰ ਬਿਹਤਰੀਨ ਖਾਣੇ ਖਾਣ ਤੇ ਜਸ਼ਨ ਮਨਾਉਣ ਦੀ ਥਾਂ ਹੈ। ਤੁਸੀਂ ਵੀ ਸ਼ਾਮ ਦੋਸਤਾਂ ਮਿੱਤਰਾਂ ਨਾਲ ਮਨਾਉਣਾ ਚਾਹੁੰਦੇ ਹੋ ਜਾਂ ਫਿਰ ਘਰ ਪਰਿਵਾਰ ਦੇ ਨਾਲ ਚੰਗੀ ਤਰ੍ਹਾਂ ਬੈਠ ਕੇ ਵਧੀਆ ਫੈਸਿਲਿਟੀ ਚ ਲਾਜਵਾਬ ਖਾਣੇ ਦਾ ਆਨੰਦ ਮਾਣਨਾ ਹੈ ਤਾਂ ਚਲੋ ਹਵੇਲੀ ਬਿਸਟ੍ਰੋ। ਯੂਨਿਟ ਨੰਬਰ 35074888 किंग जॉर्ज बुलेवार्ड 6045031266 हवेली बिस्ट्रो। हाउस वार्मिंग पार्टी ते सारिया दे निगाह घर दे ब्लाइंड्स वाली सी। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਨਿਟ ਨੰਬਰ 14 1347878 ਐਵਨਿਊ 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ ਅਵਰਨ ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। घर जिथे मर्जी लो, पर्दा ग्रेट ब्लाइंड्स तो ही लवाओ।
ਮੋਰਨੀ ਵਾਂਗਾ ਤੁਰਨ ਦਾ ਮਜ਼ਾ ਤਾਂ ਗੁੱਡ ਡੀਲ ਕਾਰਪੈਟਸ ਤੇ ਫਲੋਰਿੰਗ ਤੇ ਹੀ ਆਉਂਦਾ। घर बना रहे हो या रेनोवेट कर रहे हो ਤਾਂ ਗੁੱਡ ਡੀਲ ਕਾਰਪੈਟਸ ਐਂਡ ਫਲੋਰਿੰਗ ਲਿਮਟਿਡ ਵਾਲਿਆਂ ਨਾਲ ਗੱਲ ਕਰੋ, ਜਿੱਥੇ ਆਲਾ ਦਰਜੇ ਦੇ ਕਾਰਪੈਟਸ, ਹਾਰਡਵੁੱਡ ਫਲੋਰਸ ਹੀ ਨਹੀਂ ਬਲਕਿ ਲੈਮੀਨੇਟ, ਵਾਈਨਲ ਤੇ ਕਾਰਪੈਟ ਟਾਈਲਸ ਵੀ ਮਨਪਸੰਦ ਦੇ ਲਓ। ਯੂਨਿਟ ਨੰਬਰ 12 7788 132 ਸਟਰੀਟ। ਸੇਲਸ ਤੇ ਇੰਸਟਾਲੇਸ਼ਨ ਲਈ ਕਰੋ ਕਾਲ ਸਨੀ ਪਰਮਾਰ 6045056462 ਜਾਂ ਫਿਰ ਹੈਪੀ ਅਰੋੜਾ 6043389443। ਗੁੱਡ ਡੀਲ ਕਾਰਪੈਟਸ ਐਂਡ ਫਲੋਰਿੰਗ ਲਿਮਟਿਡ। ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਆਪ ਸਭ ਤੱਕ ਪਹੁੰਚਾਉਣ ਦੇ ਵਿੱਚ ਸਾਡੇ ਸਪਾਂਸਰ ਨੇ ਸ਼ਾਹੀ ਕੇਟਰਿੰਗ ਐਂਡ ਸਵੀਟਸ ਐਂਡ ਰੈਸਟੋਰੈਂਟ ਦੇ ਮਾਲਕ ਕੁਲਵਿੰਦਰ ਸਿੰਘ ਪੁੰਨੇ। ਕੇਟਰਿੰਗ ਦੀ ਦੁਨੀਆ ਦੇ ਵਿੱਚ ਆਪਣਾ ਵੱਖਰਾ ਤੇ ਬਿਹਤਰੀਨ ਸਥਾਨ ਬਣਾ ਚੁੱਕੇ ਸਰਦਾਰ ਕੁਲਵਿੰਦਰ ਸਿੰਘ ਪੁੰਨੇ, ਉਹਨਾਂ ਦਾ ਕਹਿਣਾ ਕਿ ਕੇਟਰਿੰਗ ਛੋਟੀ ਤੋਂ ਛੋਟੀ ਜਾਂ ਵੱਡੀ ਤੋਂ ਵੱਡੀ ਕਰਵਾਉਣ ਦੇ ਲਈ ਜਾਂ 150 ਬੰਦੇ ਦੇ ਕੈਪੈਸਿਟੀ ਦੇ ਹਾਲ ਦੇ ਵਿੱਚ ਪਾਰਟੀ ਬੁੱਕ ਕਰਨੀ ਹੈ ਤਾਂ ਮਿਸਟਰ ਪੁੰਨੇ ਉਹਨਾਂ ਨੂੰ ਕਰੋ ਕਾਲ 6046711400 ਤੇ। ਵੈਸੇ ਸਵਾਦੂ ਖਾਣੇ ਦਾ ਆਨੰਦ ਮਾਣਨਾ ਤਦ ਵੀ ਤੁਸੀਂ 12815 85th ਐਵਨਿਊ ਤੇ ਜਾਓ। ਵੈਜ ਨੌਨ ਵੈਜ ਥਾਲੀਆਂ, ਹਰ ਤਰ੍ਹਾਂ ਦੇ ਪਰੌਂਠੇ, ਲਾਹੌਰੀ ਕੁਲਚੇ, ਗੋਟ ਮੀਟ ਕੜੀ ਦੇ ਨਾਲ ਤਾਜ਼ਾ ਮਿਠਾਈ, ਵਿਆਹ ਦੀ ਭਾਜੀ ਬਣਵਾਉਣੀ ਹੈ ਤਾਂ ਜ਼ਰੂਰ ਕਰੋ ਜੀ ਸੰਪਰਕ ਸ਼ਾਹੀ ਕੇਟਰਿੰਗ ਐਂਡ ਸਵੀਟਸ ਐਂਡ ਰੈਸਟੋਰੈਂਟ ਦੇ ਮਾਲਕ ਸਰਦਾਰ ਕੁਲਵਿੰਦਰ ਸਿੰਘ ਪੁੰਨੇ ਹੋਰਾਂ ਦੇ ਨਾਲ 6046711400 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਬਾਕੀ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਸਿੰਘ ਨੱਡਾ ਹੋਰਾਂ ਨਾਲ ਕਰੋ ਜੀ ਸੰਪਰਕ। ਇੰਸ਼ੋਰੈਂਸ ਦੀਆਂ ਹਰ ਪ੍ਰਕਾਰ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੀ ਮਦਦ ਕਰਨਗੇ 6043632200 ਜਾਂ ਵਿਜ਼ਿਟ ਕਰੋ planinsurance.ca ਦੇ ਉੱਤੇ। ਗ੍ਰੇਟ ਬਲਾਈਂਡਸ ਘਰ ਨਵਾਂ ਬਣਾ ਰਹੇ ਹੋ, ਰੈਨੋਵੇਟ ਕਰ ਰਹੇ ਹੋ ਤਾਂ ਮਾਡਰਨ ਡਿਜ਼ਾਈਨ ਦੇ ਬਲਾਈਂਡਸ ਦੀ ਬਹੁਤ ਜ਼ਿਆਦਾ ਵੱਡੀ ਭਰਮਾਰ ਹੈ। ਇਹਨਾਂ ਪਾਸ ਸ਼ੋਰੂਮ ਲਾਜਵਾਬ ਹੈ ਔਰ ਲੋਅਰ ਮੇਲੈਂਡ ਦੇ ਵਿੱਚ ਸਿਰਫ ਇਕੱਲਾ ਸ਼ੋਰੂਮ ਹੈ ਇਹਨਾਂ ਦਾ, ਇਕੱਲਾ ਟੈਲੀਫੋਨ ਨੰਬਰ। ਗ੍ਰੇਟ ਬਲਾਈਂਡਸ ਦੇ ਸ਼ੋਰੂਮ ਦਾ ਪਤਾ ਯੂਨਿਟ ਨੰਬਰ 141347 78th ਐਵਨਿਊ 6045037007 ਤੇ ਕਰੋ ਕਾਲ। ਅਮਰੀਕਾ ਵਾਲਿਆਂ ਦੇ ਲਈ ਅਮਰੀਕਾ ਦੇ ਵਿੱਚ ਸ਼ੋਰੂਮ ਹੈ ਔਰ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ ਹੈ 3705 ਅਵਰਨ ਵੇ, ਅਵਰਨ ਵਾਸ਼ਿੰਗਟਨ ਸਟੇਟ 2533217007। info@greatblindscanada.com ਦੇ ਉੱਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਬਲੈਕ ਐਂਡ ਵਾਈਟ ਆਟੋ ਬਾਡੀ ਵਾਲੇ ਪ੍ਰੋਗਰਾਮ ਦੇ ਸਪਾਂਸਰ ਨੇ ਜੀ। ਗੱਡੀ ਟੁੱਟ ਭੱਜ ਗਈ ਹੈ, ਐਕਸੀਡੈਂਟ ਹੋ ਗਿਆ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ। ਸਿੱਧੇ ਬਲੈਕ ਐਂਡ ਵਾਈਟ ਆਟੋ ਬਾਡੀ ਵਾਲਿਆਂ ਨਾਲ 6045030988 ਦੇ ਉੱਤੇ ਕਰੋ ਸੰਪਰਕ। ਬੈਸਟ ਕਸਟਮਰ ਸਰਵਿਸ ਦਿੰਦੇ ਨੇ। ਕਲੇਮ ਤੁਹਾਡਾ ਪ੍ਰਾਈਵੇਟ ਹੈ ਜਾਂ ICBC ਦਾ ਹੈ, ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਪਸ਼ਮਿੰਦਰ ਗੁਰਮ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਕਰੋ ਕਾਲ 6045030988 ਯੂਨਿਟ ਨੰਬਰ 16B783132 ਸਟਰੀਟ ਦੇ ਉੱਤੇ ਤੁਸੀਂ ਪਧਾਰ ਵੀ ਸਕਦੇ ਹੋ। ਔਰ ਇਸ ਦੇ ਨਾਲ ਦੱਸ ਦਈਏ ਕਿ ਪ੍ਰੋਗਰਾਮ ਆਪ ਸਭ ਤੱਕ ਪਹੁੰਚਾਉਣ ਦੇ ਵਿੱਚ ਸਾਡੇ ਸਪਾਂਸਰ ਨੇ ਜੀ ਗਗਨ ਨਾਹਲ, ਕ੍ਰਿਮੀਨਲ ਲਾਇਰ। ਫੌਜਦਾਰੀ ਮਾਮਲਾ ਪੈ ਗਿਆ ਤਾਂ ਗਗਨ ਨਾਹਲ ਦੇ ਨਾਲ 6045274769 ਦੇ ਉੱਤੇ ਕਰ ਸਕਦੇ ਹੋ ਕਾਲ। PC ਅਲਬਰਟਾ, ਮੈਨੀਟੋਬਾ ਤੇ ontario ਵਰਗੇ 4 ਸੂਬਿਆਂ ਦੇ ਵਿੱਚ ਬੜੇ ਪੇਚੀਦਾ ਕੇਸ ਜਿੱਤ ਕੇ ਆਪਣੇ ਕਲਾਇੰਟਸ ਨੂੰ ਦੇ ਚੁੱਕੇ ਗਗਨ ਨਾਹਲ ਦੇ ਦਫ਼ਤਰ ਦਾ ਪਤਾ ਹੈ 6625 152 A ਸਟਰੀਟ 6045274769 ਦੇ ਉੱਤੇ ਤੁਸੀਂ ਉਹਨਾਂ ਨਾਲ ਸੰਪਰਕ ਹੈ ਜਿਹੜਾ ਉਹ ਵੀ ਕਰ ਸਕਦੇ ਹੋ। ਬਾਕੀ ਇਸ ਦੇ ਨਾਲ ਦੱਸੀਏ ਕੰਮ ਦੀ ਤਲਾਸ਼ ਦੇ ਵਿੱਚੋਂ ਜਿੱਦਾਂ ਗਿੱਲ ਇੰਟਰਨੈਸ਼ਨਲ ਟਰੈਵਲ ਆਪਣਾ ਵਪਾਰ ਵਧਾ ਰਹੇ ਨੇ। 1982 ਤੋਂ ਭਾਰਤੀ ਟਰੈਵਲ ਏਜੰਸੀ ਸਭ ਤੋਂ ਵੱਡੀ ਇੰਡੀਅਨ ਟਰੈਵਲ ਏਜੰਸੀ ਹੈ ਔਰ ਇਹਨਾਂ ਨੂੰ ਤਜਰਬੇਕਾਰ ਟਰੈਵਲ ਏਜੰਟਸ ਚਾਹੀਦੇ ਨੇ। ਨਵੀਂ ਓਪਰਚੁਨਿਟੀ ਦੀ ਭਾਲ ਦੇ ਵਿੱਚੋਂ ਤਾਂ ਗਿੱਲ ਇੰਟਰਨੈਸ਼ਨਲ ਟਰੈਵਲ ਦੇ ਪੌਲ ਗਿੱਲ ਨੂੰ 604 833 9500 ਦੇ ਉੱਤੇ ਕਰੋ ਕਾਲ। ਤਨਖਾਹ ਬਿਹਤਰ ਦਿੱਤੀ ਜਾ ਰਹੀ ਹੈ, ਬੈਨੀਫਿਟਸ ਲਾਜਵਾਬ ਨੇ। ਤੁਹਾਡੇ ਪਾਸ 1 ਤੋਂ 2 ਸਾਲ ਦਾ ਤਜਰਬਾ ਹੋਣਾ ਚਾਹੀਦਾ ਔਰ 에ਅਰਲਾਈਨ ਸਿਸਟਮ ਜਿਹੜਾ GDS ਸਿਸਟਮ ਹੈ ਉਸ ਦੀ ਜਾਣਕਾਰੀ ਜ਼ਰੂਰੀ ਹੈ। ਸੋ ਪੌਲ ਗਿੱਲ ਉਹਨਾਂ ਨਾਲ ਕਰੋ ਜੀ ਸੰਪਰਕ 604 833 9500 ਤੇ ਤੁਸੀਂ ਉਹਨਾਂ ਨਾਲ ਸੰਪਰਕ ਪੈਦਾ ਕਰ ਸਕਦੇ ਹੋ। ਮੀਡੀਆ ਵੇਸ ਦੇ ਪਲੇਟਫਾਰਮ ਤੋਂ ਅੱਜ RCMP ਦੇ ਸੰਬੰਧ ਦੇ ਵਿੱਚ ਖਾਸ ਤੌਰ ਦੇ ਉੱਤੇ ਆਪਣੇ 19 ਮਾਰਚ ਨੂੰ ਜਿਹੜਾ ਸਰੀ ਦੇ ਵਿੱਚ ਮੁਜ਼ਾਹਰੇ ਦੇ ਵਕਤ ਜਿਸ ਨੂੰ ਵੈਸੇ ਧੱਕਾ ਮੁੱਕੀ ਕਿਹਾ ਗਿਆ, ਸਿੱਧੇ ਲਫ਼ਜ਼ਾਂ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਅਸੌਲਟ ਦਿਖਾਈ ਦੇ ਰਹੇ ਨੇ, ਉਸ ਦੇ ਉੱਤੇ RCMP ਦੀ ਜਿਹੜੀ ਕਾਰਗੁਜ਼ਾਰੀ ਹੈ ਉਸ ਨੂੰ ਲੈ ਕੇ ਨਖੇਦੀ ਨਹੀਂ ਬਲਕਿ ਹੋ ਰਹੀ ਤੇ ਨਾਲ ਚਿੰਤਾ ਵੀ ਹੈ। ਬੁੱਧੀਜੀਵੀਆਂ ਦਾ ਇਹ ਵੀ ਸਪਸ਼ਟ ਰੂਪ ਦੇ ਵਿੱਚ ਦੱਸਣਾ ਹੈ ਕਿ RCMP ਟ੍ਰਾਂਜੀਸ਼ਨ ਹੈ ਜਿਹੜੀ ਕਿ ਉਹਦੇ ਹੱਕ 'ਚ ਵੀ ਨਹੀਂ ਹੈ। ਇਸੇ ਕਰਕੇ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਫਰਕ ਹੈ।
ਕੋਈ ਵੀ ਟੈਕਸ ਪੇਅਰ ਜਿਸ ਟੈਕਸ ਦੇ ਵਿੱਚੋਂ ਸਾਰੇ ਟੈਕਸ ਦਿੰਦੇ ਹਾਂ ਅਸੀਂ, ਜਿਹੜਾ ਵਿਅਕਤੀ ਬਸ ਘੱਟ ਤੋਂ ਘੱਟ ਆਮਦਨ ਹੈ ਉਹ ਵੀ ਟੈਕਸ ਦਿੰਦਾ ਹੈ। ਉਹਨਾਂ ਦਾ ਇਹ ਕਹਿਣਾ ਕਿ ਟੈਕਸ ਪੇਅਰਸ ਦੇ ਟੈਕਸ ਦੇ ਸੰਬੰਧ ਦੇ ਵਿੱਚ ਇੰਨੀ ਲਾਪਰਵਾਹੀ ਕਿ ਟ੍ਰਾਂਜੈਕਸ਼ਨ ਦਾ ਅਣਸੁਖਾਵਾਂ ਅਣਮਿੱਥਿਆ ਪਲੱਸ ਡਾਵਾਂਡੋਲ ਜਿਹੜੇ ਹਾਲਾਤ ਨੇ ਕਿ ਉਹਨਾਂ ਕਰਕੇ RCMP ਨੇ ਜਿਹੜੀ ਕਾਰਗੁਜ਼ਾਰੀ ਆਸ਼ਾ ਨਾਲ 1.5 ਮਹੀਨੇ ਬਾਅਦ ਫੋਟੋਆਂ ਨਸ਼ਰ ਹੋ ਰਹੀਆਂ ਨੇ, ਯਕਦਮ ਫੜਨ ਦੀ ਕੋਸ਼ਿਸ਼ ਨਹੀਂ ਕੀਤੀ, ਅੱਖਾਂ ਦੇ ਸਾਹਮਣੇ ਜਿਹੜਾ ਇਹ ਕੁਛ ਹੁੰਦਾ ਰਿਹਾ। ਹੁਣ 3 ਜਿਹੜੇ ਸੰਭਾਵੀ ਵਿਅਕਤੀ ਨੇ, ਦੋਸ਼ੀ ਨੇ, ਜਿਹੜੇ ਸੰਭਾਵੀ ਦੋਸ਼ੀ ਨੇ ਜਿਹੜੇ, ਉਹਨਾਂ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਗਈਆਂ ਨੇ, ਔਰ ਉਹ ਵੀ 1.5 ਮਹੀਨੇ ਬਾਅਦ। ਕਿ ਟ੍ਰਾਂਜੀਸ਼ਨ ਕਰਕੇ ਵੀ ਇਹ ਤਾਂ ਹੁਣ ਇਹ ਆ ਵੀ ਚੱਲਾਂਗੇ ਤਾਂ ਪਹੁੰਚਾਂਗੇ। ਧੀਮੀ गति के समाचारों की भी रफ्तार ज़्यादा तेज होती है कहते RCMP की कारगुजारी ना। You know what दीदी, अक्सर हम लोग ये बात करते हैं कि ट्रांजिशन की वजह से काफ़ी क्राइम सरी में बढ़ रही है जी। पब्लिक सेफ्टी कंसर्न है। हमारे सॉलिसिटर जनरल माइक फानवर्थ का भी यही कहना है जी। कि पब्लिक सेफ्टी उनके लिए बिगेस्ट कंसर्न है सरी में। और इस वजह से हमारे जो पुलिस ट्रांजिशन है उसे स्मूथली हो जाना चाहिए। SPS को अपना पुलिस ऑफ जुरिस्डिक्शन बन जाना चाहिए एंड दिस इज व्हेन वी वुड बी एबल टू ख़त्म तो नहीं कर सकते लेकिन वी माइट बी एबल टू कंट्रोल अ बिट और धीरे धीरे कंट्रोल करके इन क्राइम को सरी से हम भगा सकते हैं, दूर कर सकते हैं। लेकिन इसमें भी कभी कोई MP आ जाता है जी, तो कभी कोई और पॉलिटिशियन आ जाता है सरी में दखल अंदाजी करने के लिए, सरी के लोगों की आवाज़ को बंद करने के लिए। आज तो हद हो गई है। हद में इसलिए बोलूँगी कि जो इंसिडेंट मार्च 19 तारीख को हैपेंड इन फ्रंट ऑफ ग्रैंड ताज बैंक्वेट हॉल, ग्रैंड ताज पार्क में, इट वाज अ शेमफुल एक्ट। और शेमफुल एक्ट में ये इसलिए कहूँगी क्योंकि हम लोगों ने अपने हर एक जो पुलिस पर हमारा जो भरोसा था वो तोड़ दिया। इतने लोगों के सामने, पुलिस के सामने मार कुटाई हो रही है, पुलिस ने किसी को अरेस्ट नहीं किया। एक बंदा को भी अरेस्ट करते दूसरे चुप हो जाते। ये एक खुलासा था लोगों के लिए, दिलासा आई शुड से, कि किसी को अरेस्ट नहीं किया, nobody got arrested। हिम्मत बढ़ी और भी शुरू हो गए। पुलिस जब वहां पहुंचे थे, जो बंदा कोई भी असॉल्ट कर रहा था, एक को फड़ के जरूर बैठाना चाहिए था गाड़ी में, दूसरे वहां से खुद ब खुद हट जाते। लेकिन पुलिस ने यह काम नहीं किया। किसको ब्लेम कर सकते हैं? हम RCMP को कहेंगे, हम अपने शहर के मेयर को कहेंगे, हम अपने प्रोविंस के दरवाजा खटखटाएंगे। Where are we gonna go? किससे बातचीत करेंगे? लॉ एंड ऑर्डर कंसर्न है और रहेगा सरी में जब तक पुलिस की या ट्रांजिशन में इश्यूज आएगी, क्योंकि लोगों को पता चल गया सरी में जाकर क्राइम करो भज जाने। आज भी सुबह एक क्राइम हुआ, उसके बाद में एक गाड़ी जला हुआ मिला थे, कहते थोड़ी दूर पे। सो सरी में इस तरह का क्राइम करना बहुत इजी हो गया। We all should be very careful। पता नहीं चलेगा कब किस तरफ से गन शॉट्स होने लगेंगे, कब कौन किसको मार कुटाई करने लगेंगे, कब जर्नलिस्ट के ऊपर अटैक होना शुरू हो जाएंगे। कोई भी प्रोटेक्टेड नहीं है इस शहर में, इसीलिए कई लोग इस शहर को छोड़ के चले गए, कहते वी डोंट वांना बी हियर, इनफ इज इनफ, व्हाई आर वी गोना बी हियर। ये सारी जब बातें हम सुनते हैं, इट रियली हर्ट्स एंड वी शुड नॉट बी गोइंग थ्रू दिस। हमारे लोगों को इस सिचुएशन से नहीं जाना चाहिए। नाले आशा ना एक गल यह भी है कि जेड़ा बंदा जेड़ा काम जिहदे हिस्से है उस नूं ਉਹ ਕੰਮ करना ਜ਼ਰੂਰੀ ਹੈ। ਆਸ਼ਾ ਨਾ ਜੇ ਤੁਸੀਂ ਉਹ ਕੰਮ ਨਹੀਂ ਕਰਦੇ, ਤੁਸੀਂ ਗਲਤ ਆਨਸਰ ਹੈ ਜਿਹੜਾ ਉਸ ਨੂੰ ਐਨਕਰੇਜ ਕਰਦੇ ਹੋ। ਪੁਲਿਸ ਦਾ ਕੰਮ ਆ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਹੋ ਰਹੀ ਹੈ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਉੱਤੇ ਪੁਲਿਸ ਵਾਲੀ ਕਾਰਗੁਜ਼ਾਰੀ ਕਰਨ, ਨਾ ਕਿ ਸਿਰਫ ਵੇਟ ਐਂਡ ਵਾਚ।
ਪਹਿਲਾਂ ਵੀ ਮੈਂ ਤੁਹਾਨੂੰ ਉਦਾਹਰਨ ਦੇ ਕੇ ਅਸੀਂ ਬੜੇ ਪ੍ਰੋਟੈਸਟ ਦੇਖਦੇ ਹਾਂ, ਪਰ ਕਿਸੇ ਪ੍ਰੋਟੈਸਟ ਦੇ ਉੱਤੇ ਆਹ ਕੁਛ ਨਹੀਂ ਹੁੰਦਾ। ਔਰ ਪ੍ਰੋਟੈਸਟ ਕਰਨ ਵਾਲਿਆਂ ਨੂੰ ਵੀ ਆਪਣੀਆਂ ਕਾਰਗੁਜ਼ਾਰੀਆਂ ਨੇ ਜਿਹੜੀਆਂ, ਉਹਨਾਂ ਨੂੰ ਜੀ ਆਪਣੇ ਜ਼ਿਆਦਾ ਸੁਚੇਤ ਹੋ ਕੇ ਕਰਨ ਦੀ ਜ਼ਰੂਰਤ ਹੈ, ਸੁਚੇਤ ਕਰਨ ਦੀ ਜ਼ਰੂਰਤ ਹੈ। ਔਰ ਯਾਦ ਰਹੇ, ਅਸੀਂ ਜੋ ਵੀ ਕੁਝ ਸਰੀ ਦੇ ਵਿੱਚ ਵਾਪਰਦਾ ਸੀ ਤੁਹਾਡੇ ਨਾਲ ਯਕਦਮ ਸਾਂਝਾ ਕਰਦੇ ਹਾਂ। ਔਰ ਇਸ ਨੁਕਤੇ ਦੇ ਉੱਤੇ ਵੀ ਪ੍ਰੋਟੈਸਟ ਦੇ ਵਿੱਚ ਸਾਰਾ ਕੁਝ ਹੋ ਰਿਹਾ, ਪੁਲਿਸ ਖੜੀ ਦੇਖ ਰਹੀ ਹੈ। ਪੁਲਿਸ ਕੁਝ ਕਿਉਂ ਨਹੀਂ ਕਰ ਰਹੀ? ਹਾਂ, ਬਾਅਦ ਦੇ ਵਿੱਚ ਆ ਗਏ, ਟੇਪਾਂ ਲਾਤੀਆਂ, ਦੇਖ ਲਿਆ ਜੀ, ਕੀ ਕਹਿੰਦੇ ਨੇ, ਪੇਪਰ ਵਰਕ ਹੈ ਜਿਹੜਾ ਉਹ ਕਰ ਦਿੱਤਾ। 4 ਦਿਨ ਦਾ ਕਿਸੇ ਵੀ ਪੁਲਿਸ ਅਫਸਰ ਦਾ ਜਿਹੜਾ ਕੰਮ ਹੈ ਉਹ ਬਸ ਪੇਪਰ ਵਰਕ ਦੇ ਉੱਤੇ ਨਿਕਲ ਜਾਂਦਾ। ਪਰ ਕੀ ਉਹਦੀ ਪ੍ਰੋਡਕਟਿਵਿਟੀ ਕੀ ਆ, ਉਹ ਅਸੀਂ ਕਿੱਥੋਂ ਦੇਖਣੀ ਆ ਬਈ? बिल्कुल, इस बारे में बातचीत कंटिन्यू करेंगे। we'll be right back. रुक रुक रुक, मोड़ गड्डी, मैं तो पर्ची पानी भुल गई। ਹੁਣ ਕਿਹੜੀ पर्ची पानी भूल गई? ਗਰਚਾ ਬ੍ਰਦਰਸ ਤੋਂ ਸਮਾਨ ਤਾਂ ਲੈ ਆਈ, ਪਰ ਆਈਫੋਨ ਤੇ ਇਨਾਮ ਜਿੱਤਣ ਵਾਲੀ ਪਰਚੀ ਪਾਉਣੀ ਮੈਂ ਭੁੱਲ ਗਈ। ਗਰਚਾ ਬ੍ਰਦਰਸ ਲੈ ਕੇ ਆਏ ਹਨ ਵਿਸਾਖੀ ਕੰਟੈਸਟ, ਜਿਸ ਦੇ ਵਿੱਚ ਜਿੱਤ ਸਕਦੇ ਹੋ ਆਈਫੋਨ ਤੇ ਹੋਰ ਵੀ ਬਹੁਤ ਸਾਰੇ ਇਨਾਮ। ਔਰ ਉਸ ਦੇ ਲਈ ਤੁਸੀਂ ਆਪਣੇ ਨੇੜੇ ਦੇ ਲੋਕਲ ਗਰਚਾ ਬ੍ਰਦਰਸ ਦੇ ਸਟੋਰ ਦੇ ਉੱਤੇ ਜਾਓ, ਭਾਗ ਲਓ। ਟਰਮਸ ਐਂਡ ਕੰਡੀਸ਼ਨਸ ਅਪਲਾਈ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ, ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ-ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ, ਡੈਲਟਾ 6045990211, 128 ਸਟਰੀਟ ਐਂਡ 96 ਐਵਨਿਊ, 6045811900, 1539 ਜੌਨਸਨ ਰੋਡ, ਵਾਈਟ रॉक। फैमिली केयर फार्मेसी। डायरेक्ट डील्स, डायरेक्ट फर्नीचर, डायरेक्ट परचो, डायरेक्ट फर्नीचर। फर्नीचर बदल रहे हो या घर रेनोवेट कर रहे हो, नया घर बना रहे हो, तो अपने घर को सजाओ डायरेक्ट फर्नीचर के खूबसूरत फर्नीचर के साथ। आज ही पहुंचो डायरेक्ट फर्नीचर 13557 77th एवेन्यू, सॉरी। किसी भी फर्नीचर पर नजर पड़े शोरूम में सब कुछ स्पेशल सेल ओनली एट डायरेक्ट फर्नीचर। फर्नीचर वर्ल्ड का बादशाह है डायरेक्ट फर्नीचर। बेडरूम सेट्स, डाइनिंग रूम सेट, सोफा, लव चेयर, डेकोरेशन पीसेस लेना हो तो सीधा पहुंचो डायरेक्ट फर्नीचर या कॉल करो 6045725553। डायरेक्ट फर्नीचर। रोजाना खबरों विच असॉल्ट, सैक्शुअल असॉल्ट, थेफ्ट, ड्राइविंग ऑफेंसेस ते होर बड़े क्रिमिनल एक्टिविटीज बारे सुनते हां। ਕਈ ਵਾਰੀ ਗਊਮਾਰ ਹੋ ਜਾਂਦੀ ਹੈ। ਚਾਲਬਾਜ਼ ਲੋਕ ਸਾਊ ਬੰਦੇ ਨੂੰ ਫਸਾ ਦਿੰਦੇ ਨੇ ਤੇ ਨਾਲੇ ਕ੍ਰਿਮੀਨਲ ਚਾਰजेस ਲਗਵਾ ਦਿੰਦੇ ਨੇ। अगर तुसी भी क्रिमिनल चार्जेस का सामना कर रहे हो तो नौजवान वकील जो 4 प्रोविंस BC, अल्बर्टा, मैनीटोबा, ओंटारियो विच गुंझलदार केसेस जित्ते हन, क्रिमिनल लॉयर गगन नाहल। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604 527 4769 6625 152 A Street, Surrey। For all criminal charges, call Gagan Nahal 604 527 4769। ਹੈਲੋ, ਤੁਸੀਂ ਕਿੱਥੇ ਹੋ? ਕੰਮ ਤੇ ਆ ਯਾਰ, ਦੱਸ। ਮੇਰੀ ਗੱਡੀ ਦਾ ਨਾ 132 ਸਟਰੀਟ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ। ਮੈਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਕਿੱਥੇ ਲੈ ਕੇ ਜਾਵਾਂ। ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ। ਦੇਖ, ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ, ਠੀਕ ਹੈ। ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਨਾ, ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬੋਡੀ ਦਾ ਸਾਈਨ ਹੋਣਾ ਹੈ। ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬੋਡੀ ਤੇ ਲੈ ਜਾ। ਬਲੈਕ ਐਂਡ ਵਾਈਟ ਆਟੋ ਬੋਡੀ ICBC ਅਕ੍ਰੈਡਿਟਡ ਅਤੇ ਫੁੱਲ ਸਰਵਿਸ ਆਟੋ ਬੋਡੀ ਸ਼ਾਪ ਹੈ। ਪਹੁੰਚੋ 7823 132 ਸਟਰੀਟ ਸਰੀ ਦੇ ਵਿੱਚ। ਕਾਲ 604 503 0988। ਬਲੈਕ ਐਂਡ ਵਾਈਟ ਆਟੋ ਬੋਡੀ। ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਆਪ ਸਭ ਤੱਕ ਪਹੁੰਚਾਉਣ ਦੇ ਵਿੱਚ ਸਾਡੇ ਸਹਿਯੋਗੀ ਤੇ ਸਪਾਂਸਰਸ ਨੇ HTA ਪ੍ਰੋਡਕਟਸ, ਹਾਈ ਐਂਡ ਬ੍ਰਾਂਡ ਨੇਮਸ ਨੂੰ ਕੈਰੀ ਕਰਨ ਵਾਲਾ ਲੋਰ ਮਿਲਣ ਦਾ ਮਸ਼ਹੂਰ ਨਾਮ ਹੈ।
ਘਰ ਬਣਾ ਰਹੇ ਹੋ ਨਵਾਂ ਜਾਂ ਰੈਨੋਵੇਟ ਕਰ ਰਹੇ ਹੋ ਤਾਂ ਇਹਨਾਂ ਦੇ ਰਿਚਮੰਡ ਵੈਨਕੂਵਰ ਤੇ ਸਰੀ ਵਿਖੇ ਸ਼ਾਨਦਾਰ ਸ਼ੋਰੂਮ 'ਚ ਜਾਓ, ਚੱਲਦੇ ਪ੍ਰੋਡਕਟ ਦੇਖੋ, ਪਸੰਦ ਕਰੋ, ਆਪਣੇ ਘਰ ਦੇ ਵਿੱਚ ਲਗਵਾਓ। ਹੋਰ ਕਿਸੇ ਪ੍ਰਕਾਰ ਦੀ ਜਾਣਕਾਰੀ ਦੇ ਲਈ ਸਭੀ ਔਲ ਖੁਰਾ ਨੂੰ 6047285339 ਦੇ ਉੱਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ। ਔਰ ਪਾਇਲ ਚਾਟ ਹਾਊਸ ਪ੍ਰੋਗਰਾਮ ਦੇ ਸਪਾਂਸਰ ਨੇ ਜੀ। ਸਰੀ ਦਾ ਪਹਿਲਾ ਰੈਸਟੋਰੈਂਟ ਹੈ ਜਿਹੜਾ ਪਾਇਲ ਬਿਜ਼ਨਸ ਸੈਂਟਰ ਵਿਖੇ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਜ਼ਰੂਰ ਤੁਸੀਂ ਵੀ ਕਿਸੇ ਵੀ ਵਕਤ ਖਾਣੇ ਆਰਡਰ ਕਰ ਸਕਦੇ ਹੋ ਜਾਂ ਜਾ ਕੇ ਖਾ ਸਕਦੇ ਹੋ। 6045961990 ਦੇ ਉੱਤੇ 100 ਬੰਦੇ ਦੀ ਕੇਟਰਿੰਗ ਦੇ ਲਈ ਹਰਨੇਕ ਹੋਰਾਂ ਨੂੰ 6045187449 ਦੇ ਉੱਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ। ਬਾਕੀ ਜੀ ਮਾਨਕੋ ਬੇਕ ਸ਼ਾਪ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਫ੍ਰੈਂਚ ਪੇਸਟਰੀ ਸਕੂਲ ਤੋਂ ਨੌਜਵਾਨ ਬੇਕਰ ਜੁਝਾਰ ਸਿੰਘ ਮਾਨ ਨੇ ਸਿੱਖਿਆ ਪ੍ਰਾਪਤ ਕੀਤੀ ਔਰ ਸਰੀ ਦੇ ਵਿੱਚ ਆਲਾ ਦਰਜੇ ਦੇ ਬੈਸਟ ਕੁਆਲਿਟੀ ਦੇ ਕੇਕਸ ਆਰਡਰ ਕਰਨੇ ਨੇ, ਵੈਡਿੰਗ ਕੇਕਸ, ਕੱਪ ਕੇਕਸ ਜਾਂ ਫਿਰ ਜੀ ਪੇਸਟਰੀਜ਼, ਤਾਂ ਜ਼ਰੂਰ ਪਧਾਰੋ 1341171A ਦੇ ਉੱਤੇ। ਟੈਲੀਫੋਨ ਨੰਬਰ ਹੈ 6045031353 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਵੀ ਪੈਦਾ ਕਰ ਸਕਦੇ ਹੋ। ਦਵਾਈ ਬੂਟੀ ਲੈਣ ਦੇ ਲਈ ਇਹ ਫੈਮਿਲੀ ਕੇਅਰ ਫਾਰਮੇਸੀ ਸਾਡੀ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਂ ਹੈ। ਹਰ ਪ੍ਰਕਾਰ ਦੀਆਂ ਦਵਾਈਆਂ ਦੇ ਨਾਲ ਨਾਲ ਵਿਟਾਮਿਨ ਸਪਲੀਮੈਂਟਸ ਤੇ ਹਰਬਲ ਮੈਡੀਸਨਸ ਲਾ ਸਕਦੇ ਹੋ। ਹੋਮੋਪੈਥਿਕ ਡਾਕਟਰ ਵੀ ਅਵੇਲੇਬਲ ਆ। ਹਫਤੇ ਦੇ 7 ਦਿਨ ਖੁੱਲੇ ਹੁੰਦੇ ਨੇ। ਸਰੀ, ਡੈਲਟਾ ਤੇ ਵਾਈਟ ਰੌਕ ਵਿਖੇ 3 ਲੋਕੇਸ਼ਨਸ ਨੇ। 6045811900 ਦੇ ਉੱਤੇ ਤੁਸੀਂ ਸੰਪਰਕ ਵੀ ਪੈਦਾ ਕਰ ਸਕਦੇ ਹੋ। ਬਾਕੀ ਇਸ ਦੇ ਨਾਲ ਦੱਸੀਏ ਮੁੱਲਾਂਪੁਰ ਵਾਲੇ ਮਹਿੰਗਾ ਸਿੰਘ ਸਰਾਫਪੁਰ ਦਾ BC ਦੇ ਵਿੱਚ ਇਕਲੂਤਾ ਸਟੋਰ S&S ਜਿਊਲਰ ਹੈ ਔਰ ਸਾਡੇ ਪ੍ਰੋਗਰਾਮ ਦੇ ਜੀ ਹਨ ਉਸ ਸਪਾਂਸਰ। ਆਲਾ ਦਰਜੇ ਦਾ ਗਹਿਣਾ ਗੱਟਾ ਲੈਣਾ, ਬੈਸਟ ਟ੍ਰੇਡ ਇਨ ਵੈਲਿਊ ਲੈਣੀ ਆ, ਆਰਡਰ ਦੇ ਉੱਤੇ ਗੋਲਡ ਜਾਂ ਡਾਇਮੰਡ ਦੀ ਜੁਐਲਰੀ ਬਣਾਉਣੀ ਹੈ ਤਾਂ 9269 120th ਸਟਰੀਟ ਸਕਾਟ ਰੋਡ ਦੇ ਉੱਤੇ ਡਲਟ ਵਾਲੇ ਪਾਸੇ ਪੈਂਦੇ S&S ਜਿਊਲਰ ਦੇ ਉੱਤੇ ਜ਼ਰੂਰ ਪਧਾਰੋ। 6045825849 ਦੇ ਉੱਤੇ ਤੁਸੀਂ ਉਹਨਾਂ ਨਾਲ ਸੰਪਰਕ ਵੀ ਪੈਦਾ ਕਰ ਸਕਦੇ ਹੋ। ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਗੱਲਬਾਤ ਹੈ ਅਸੀਂ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਹਾਂ ਉਸ ਦੇ ਵਿੱਚ ਆਪ ਸਭ ਦੀ ਜਿਹੜੀ ਵਿਚਾਰ ਵਟਾਂਦਰਾ ਵੀ ਜਿੱਥੇ ਬਣਦਾ ਉੱਥੇ ਨਾਲ ਦੀ ਨਾਲ ਸੁੱਟੇ ਹੋਏ ਸਵਾਲ ਨੇ ਜਿਹੜੇ ਬਿਲਕੁਲ ਵਾਜਬ ਨੇ ਕਿ RCMP ਜਿਹੜੀ ਹੈ ਸਾਡੀ ਸਰੀ RCMP ਜਦੋਂ ਕੁਝ ਵੀ ਵਾਪਰਦਾ ਤਾਂ ਯਕਦਮ ਉਹਦੇ 'ਤੇ ਐਕਸ਼ਨ ਕਿਉਂ ਨਹੀਂ ਲੈਂਦੀ? ਮਹੀਨਾ ਡੇਢ ਮਹੀਨਾ ਕਾਹਦਾ ਇੰਤਜ਼ਾਰ ਹੁੰਦਾ? ਕਿਸ ਚੀਜ਼ ਦਾ? ਔਰ ਘਟਨਾ ਜਿਹੜੀ ਹੈ ਉਹ 19 ਮਾਰਚ ਨੂੰ ਜਿਹੜੀ ਤਾਜ ਪਾਰਕ ਦੇ ਸਾਹਮਣੇ ਮੁਜ਼ਾਹਰਾਕਾਰੀਆਂ ਦੇ ਮੁਜ਼ਾਹਰੇ ਦੇ ਦੌਰਾਨ ਵਾਪਰੀ ਸੀ ਔਰ ਉਸ ਦੇ ਵਿੱਚ ਇੱਕ ਆਮ ਨਾਗਰਿਕ ਦੀ ਕੁੱਟਮਾਰ ਹੋਈ, ਇੱਕ ਜਰਨਲਿਸਟ ਨੂੰ ਧੱਕਾ ਮੁੱਕੀ ਕੀਤੀ ਗਈ ਔਰ ਉਸ ਤੋਂ ਉਪਰੰਤ ਬਾਅਦ ਦੇ ਵਿੱਚ ਇਹ ਗੱਲ ਉੱਥੇ ਨਹੀਂ ਮੁੱਕੀ, ਅੰਦਰ ਵੀ ਗਈ ਔਰ ਇਹਦੇ ਵਿੱਚ ਹਲਾਸ਼ੇਰੀ ਕਹਿੰਦੇ ਜਾਂ ਤਾਂ ਇਹ ਹੋ ਸਕਦੀ ਹੈ ਕਿ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਹਲਾਸ਼ੇਰੀ ਹੈ ਜਿਹੜੀ ਉਹਨਾਂ ਨੂੰ ਮਿਲੀ। ਨਾਲ ਦੀ ਨਾਲ ਸਵਾਲ ਇਹ ਵੀ ਉੱਠਿਆ ਕਿ ਮੁਜ਼ਾਹਰਾਕਾਰੀਆਂ ਦੇ ਵਿੱਚੋਂ ਕੀ ਕੋਈ ਮੁਜ਼ਾਹਰਾਕਾਰੀ ਸੀ ਜਾਂ ਕਿ ਕਿਸੇ ਨੇ ਹੋਰ ਨੇ ਬਾਹਰੋਂ ਆ ਕੇ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਕੀਤੀ ਹੈ? ਬੈਨੀਫਿਟ ਆਫ ਦਾ ਡਾਊਟ ਸਾਰੇ ਪਾਸੇ ਜੀ घूम फिर रहे हैं। बिल्कुल। टू रैप अप द प्रोग्राम, मैं सिर्फ इतना ही कहना चाहूँगी कि हमारे सरी के RCMP का ये हरकत जो मार्च 19 तारीख को ताज पार्क के सामने हुई है, प्रोटेस्ट के दरमियान इस तरह के असॉल्ट, वायलेंस और पुलिस को किसी का ना अरेस्ट करना उस वक्त, और आज मैं 4 तारीख को उन्होंने 3 सस्पेक्ट्स को के वीडियोस रिलीज की है। सवाल ये पैदा हो रहा है कि वाई दे वर नॉट अरेस्टेड एट द क्राइम सीन। हंसी मजाक बना के रख दिया है हमारे शहर की, हमारे लॉ एंड ऑर्डर की। याद रखो, वी नीड अ पुलिस फोर्स हु कैन वर्क फॉर अस। इसीलिए हम लोग SPS की ट्रांजिशन जल्द से जल्द करवाना चाहते हैं। जो ये हादसा हुआ है मार्च 19 तारीख को, वी डोंट वांट टू रिपीट दैट। इसी के साथ मुझे दीजिएगा इजाजत। अंटिल नेक्स्ट टाइम, गुड बाय एंड बी सेफ। प्रोग्राम ਦੇ ਸਮਾਂ ਸਾਂਝਾ ਕਰਨ ਲਈ ਤੇ ਸਵਾਲ ਉਠਾਉਣ ਦੇ ਲਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।